ਪਰੇਸ਼ਾਨੀ ਆਈ ਸੀ ਪਰ ਥੋੜੀ ਜਿਹੀ ਆਈ ਸੀਗੀ ਕਿਉਂਕਿ ਘਰ ਦੇ ਹਾਲਾਤ ਵੀ ਬਹੁਤ ਮਾੜੇ ਸੀ ਤੇ ਮੈਂ ਆਟੋ ਸਿੱਖਿਆ। ਮੈਂ ਆਟੋ ਚਲਾਉਣੀ ਆ, ਨਹਿਰ ਤੋਂ ਲੈ ਕੇ ਜੇਲ੍ਹ ਤੱਕ ਮੈਂ ਆਟੋ ਚਲਾਉਣੀ ਆ। ਇਹਨੇ ਸਾਡੇ ਪਰਿਵਾਰ ਦਾ ਧੁਰਾ। ਮੈਨੂੰ ਮਹਿਸੂਸ ਨਹੀਂ ਹੁੰਦਾ ਵੀ ਇਹ ਮੇਰੀ ਬੇਟੀ ਹੈ। ਮੈਨੂੰ ਇਹ ਬੇਟਿਆਂ ਤੋਂ ਵੱਧ ਕੇ ਮਾਣ ਹੈ ਮੇਰੀ ਬੇਟੀ ਤੇ। ਹਿੰਮਤ ਵੀ ਰੱਖਦੀ ਹੈ, ਕੰਮ ਵੀ ਕਰਦੀ ਹੈ, ਖੇਤਾਂ 'ਚ ਵੀ ਕੰਮ ਕਰਦੀ ਹੈ, ਘਰ ਦਾ ਕੰਮ ਵੀ ਕਰਦੀ ਹੈ, ਪੜ੍ਹਦੀ ਵੀ ਹੈ ਜੀ। ਕੰਮ ਕਰਦੀ ਆਂਗੀ, ਪੜ੍ਹਨ ਵੀ ਜਾਂਦੇ ਆ ਤੇ ਆਪਦੀ ਛੋਟੀ ਭੈਣ ਨੂੰ ਵੀ ਪੜ੍ਹਾਉਣੀ ਆ, ਨਰਮਾ ਵੀ ਚੁਗਦੀ ਆਂਗੀ। ਨਹੀਂ ਜੀ, ਲੋਕਾਂ ਨੇ ਤਾਂ ਕਦੇ ਪੁੱਛਿਆ ਹੀ ਨਹੀਂ। ਬਸ ਇੱਦਾਂ ਜ਼ਰੂਰ ਕਹਿੰਦੇ ਸੀ ਵੀ ਲੜਕੀਆਂ ਨੂੰ ਆਟੋ ਨਹੀਂ ਚਲਾਉਂਦੇ ਨਾ, ਕਿਉਂਕਿ ਕਹਿੰਦੇ ਕੁੜੀਆਂ ਸਿਰਫ ਘਰ ਦਾ ਕੰਮ ਕਰਦੀਆਂ ਨੇ, ਆਟੋ ਨਹੀਂ ਚਲਾਉਂਦੀਆਂ। ਸਾਡੇ ਸਮਾਜ ਦੇ ਵਿੱਚ ਹਜੇ ਵੀ ਬਹੁਤ ਐਸੇ ਪਰਿਵਾਰ ਆ ਜਿਹੜੇ ਕੁੜੀ ਦੇ ਜਨਮ ਤੋਂ ਬਾਅਦ ਖੁਸ਼ ਨਹੀਂ ਹੁੰਦੇ, ਪਰ ਕੁੜੀਆਂ ਆਪਣੇ ਮਾਪਿਆਂ ਦਾ ਸਹਾਰਾ ਬਣਦੀਆਂ ਤੇ ਬਣ ਵੀ ਰਹੀਆਂ। ਅੱਜ ਤੁਹਾਨੂੰ ਇੱਕ ਅਸੀਂ ਪੰਜਾਬ ਦੀ ਇੱਕ ਐਸੀ ਬਠਿੰਡਾ ਦੀ ਧੀ ਨਾਲ ਮਿਲਵਾਉਣ ਜਾ ਰਹੇ ਹਾਂ ਜਿਹੜੀ ਪਿੰਡ ਜੋਗਾਨੰਦ ਦੀ ਰਹਿਣ ਵਾਲੀ ਹੈ। ਸੁਖਵਿੰਦਰ ਕੌਰ ਉਹਦਾ ਨਾਮ ਹੈ ਤੇ ਪਿਛਲੇ 6 ਸਾਲਾਂ ਤੋਂ ਆਟੋ ਚਲਾ ਕੇ ਆਪਣੇ ਮਾਪਿਆਂ ਦਾ ਸਹਾਰਾ ਬਣੀ ਹੋਈ ਹੈ। ਸੁਖਵਿੰਦਰ ਕੌਰ ਦੇ ਪਿਤਾ ਅਪਾਹਜ ਹੈ ਤੇ ਉਸ ਤੋਂ ਬਾਅਦ ਉਹਨੇ ਆਪਣੇ ਪਿਤਾ ਦੀ ਹਾਲਤ ਨੂੰ ਦੇਖਦੇ ਹੋਏ ਖੁਦ ਆਟੋ ਸਿੱਖਿਆ। ਦਿਨੇ ਆਟੋ ਚਲਾਉਂਦੀ ਹੈ, ਰਾਤ ਨੂੰ 10ਵੀਂ ਦੀ ਪੜ੍ਹਾਈ ਕਰਦੀ ਹੈ। ਅੱਜ ਇਸ ਧੀ ਨਾਲ ਤੁਹਾਨੂੰ ਅਸੀਂ ਡੇਲੀ ਪੋਸਟ ਪੰਜਾਬੀ ਤੇ ਮਿਲਵਾਉਂਦੇ ਹਾਂ। ਸਾਡੇ ਨਾਲ ਸੁਖਵਿੰਦਰ ਕੌਰ ਹੈ ਜਿਹੜੀ ਪਿਛਲੇ 5-6 ਸਾਲ ਤੋਂ ਆਟੋ ਚਲਾ ਰਹੀ ਹੈ ਤੇ ਆਪਣੇ ਮਾਪਿਆਂ ਦਾ ਸਹਾਰਾ ਬਣੀ ਹੋਈ ਹੈ। ਸੁਖਵਿੰਦਰ ਕੌਰ ਨਾਲ ਹੀ ਗੱਲ ਕਰਦੇ ਹਾਂ। ਸੁਖਵਿੰਦਰ ਜੀ, ਕਿੰਨਾ ਚਿਰ ਹੋ ਗਿਆ ਤੁਹਾਨੂੰ ਆਟੋ ਸਿਖਾਉਂਦੇ ਹੋਏ ਤੇ ਕਿੰਨੀਆਂ ਕੁ ਮੁਸ਼ਕਲਾਂ ਆਈਆਂ ਜਦੋਂ ਸਿੱਖਿਆ? ਆਟੋ ਚਲਾਉਣ ਦਾ ਫੈਸਲਾ ਕਿਵੇਂ ਕੀਤਾ ਤੁਸੀਂ? ਮੈਂ ਹੁਣ 10ਵੀਂ ਕਲਾਸ 'ਚ ਪੜ੍ਹਦੀ ਹਾਂ। ਪਹਿਲਾਂ ਜਦੋਂ ਮੇਰੇ ਪਾਪਾ ਬਚਪਨ 'ਚ ਸੀ, ਉਹਨਾਂ ਨੂੰ ਪੋਲੀਓ ਹੋ ਗਿਆ ਸੀ, ਤਾਂ ਉਹ ਆਟੋ ਚਲਾਉਂਦੇ ਸੀ ਜਿੰਨਾ ਚਿਰ ਵੀ ਉਹ ਬਿਲਕੁਲ ਸਿਹਤਮੰਦ ਸੀਗੇ। ਪਰ ਜਦੋਂ ਬਿਮਾਰ ਹੋ ਗਏ ਸੀ ਤਾਂ ਮੈਂ ਆਟੋ ਸਿੱਖ ਲਿਆ ਸੀ ਉਹਨਾਂ ਤੋਂ ਵੀ। ਫਿਰ ਮੈਂ ਕਿਹਾ ਵੀ ਮੈਂ ਆਟੋ ਚਲਾਉਂਗੀ, ਤੁਸੀਂ ਰੈਸਟ ਕਰਿਓ। ਤਾਂ ਮੈਂ ਮੇਰੇ ਪਾਪਾ ਤੋਂ ਆਟੋ ਸਿੱਖ ਲਿਆ, ਮੈਂ ਆਟੋ ਚਲਾਉਣ ਲੱਗੀ। ਮੈਨੂੰ 4-5 ਸਾਲ ਹੋ ਗਏ ਹੁਣ ਆਟੋ ਚਲਾਉਂਦੀ ਨੂੰ। ਪਰੇਸ਼ਾਨੀ ਆਈ ਸੀ ਪਰ ਥੋੜ੍ਹੀ ਜਿਹੀ ਆਈ ਸੀਗੀ ਕਿਉਂਕਿ ਘਰ ਦੇ ਹਾਲਾਤ ਵੀ ਬਹੁਤ ਮਾੜੇ ਸੀ ਤੇ ਮੈਂ ਆਟੋ ਸਿੱਖਿਆ। ਮੈਂ ਆਟੋ ਚਲਾਉਣੀ ਆ, ਨਹਿਰ ਤੋਂ ਲੈ ਕੇ ਜੇਲ੍ਹ ਤੱਕ ਮੈਂ ਆਟੋ ਚਲਾਉਣੀ ਆ। ਸ਼ਾਮ ਨੂੰ ਮੈਂ ਸਕੂਲ ਦਾ ਕੰਮ ਕਰਦੀ ਆਂਗੀ, ਪੜ੍ਹਨ ਵੀ ਜਾਂਦੇ ਆ ਤੇ ਆਪਦੀ ਛੋਟੀ ਭੈਣ ਨੂੰ ਵੀ ਪੜ੍ਹਾਉਣੀ ਆ, ਨਰਮਾ ਵੀ ਚੁਗਦੀ ਆਂਗੀ। ਮੈਂ ਘਰ ਦਾ ਸਾਰਾ ਕੰਮ ਵੀ ਕਰਦੀ ਹਾਂ। ਮਾਤਾ ਜੀ ਵੀ ਮੇਰੇ ਢਿੱਲੇ ਮਿੱਸੇ ਰਹਿੰਦੇ ਅੱਗੇ, ਬਿਮਾਰ ਹੋ ਗਏ ਸੀ ਤਾਂ ਮੈਂ ਆਪਦੀ ਛੋਟੀ ਭੈਣ ਦੀ ਪੜ੍ਹਾਈ ਵੱਲ ਵੀ ਧਿਆਨ ਦਿੰਦੀ ਹਾਂ, ਆਪਦੀ ਪੜ੍ਹਾਈ ਵੱਲ ਵੀ ਧਿਆਨ ਦਿੰਦੀ ਹਾਂ ਤਾਂ ਕਿ ਮੈਂ ਵੀ ਪੜ੍ਹ ਲਿਖ ਕੇ ਕੁਛ ਵਧੀਆ ਬਣ ਸਕਾਂ। ਆਟੋ ਵੀ ਚਲਾਉਣੀ ਹੈਗੀ, ਸ਼ਾਮ ਨੂੰ ਮੈਂ ਕਈ ਵਾਰ ਆਟੋ ਚਲਾਉਣੀ ਆ, ਕੋਈ ਗੇੜਾ ਆ ਜੇ ਤਾਂ ਮੈਂ ਤੇ ਮੇਰੇ ਪਾਪਾ ਵਗ ਜਾਂਦੇ ਹੁੰਦੇ ਹਾਂ। ਜਦੋਂ ਤੁਹਾਡੇ ਪਾਪਾ ਦੀ ਸਿਹਤ ਠੀਕ ਸੀਗੀ ਉਦੋਂ ਵਧੀਆ ਗੁਜ਼ਾਰਾ ਚੱਲਦਾ ਸੀ ਪਰਿਵਾਰ ਦਾ? ਹਾਂਜੀ, ਉਦੋਂ ਵਧੀਆ ਗੁਜ਼ਾਰਾ ਚੱਲਦਾ ਸੀ, ਪਰ ਹੁਣ ਪਾਪਾ ਬਿਮਾਰ ਹੋ ਗਏ ਸੀ, ਉਹਨਾਂ ਤੋਂ ਆਟੋ ਨਹੀਂ ਚੱਲਿਆ। ਫਿਰ ਮੈਂ ਆਟੋ ਸਿੱਖਿਆ, ਮੈਂ ਚਲਾਉਣ ਲੱਗੀ ਤਾਂ ਇਸ ਤਰ੍ਹਾਂ ਸਾਡਾ ਗੁਜ਼ਾਰਾ ਘਟਦਾ ਗਿਆ। ਹੁਣ ਬਹੁਤ ਮੁਸ਼ਕਲ ਨਾਲ ਸਾਡੇ ਘਰ ਦਾ ਗੁਜ਼ਾਰਾ ਹੋ ਰਿਹਾ। ਸਾਨੂੰ ਇਹ ਵੀ ਜਾਣਕਾਰੀ ਮਿਲੀ ਹੈ ਵੀ ਤੁਸੀਂ ਖੇਤਾਂ 'ਚ ਵੀ ਕੰਮ ਕਰਦੇ ਹੋ, ਨਰਮਾ ਵਗੈਰਾ ਤੋੜਦੇ ਹੋ, ਸੀਜ਼ਨ ਦੇ ਉੱਤੇ ਖੇਤਾਂ 'ਚ ਵੀ ਕੰਮ ਕਰਨ ਜਾਂਦੇ ਹੋ? ਹਾਂਜੀ, ਮੈਂ ਨਰਮਾ ਚੁਗਣ ਜਾਂਦੀ ਹੁੰਦੀ ਹਾਂ। ਮੈਂ ਆਪਣੀ ਤਾਈ ਜੀ ਨਾਲ ਨਰਮਾ ਚੁਗਣ ਜਾਂਦੀ ਹੁੰਦੀ ਹਾਂ ਤਾਂ ਸਾਨੂੰ ਪਸੇਰੀ ਦੇ 30 ਰੁਪਏ ਮਿਲਦੇ ਨੇ। ਜਿੰਨੀ ਕਮਾਈ ਇਹ ਸਾਰਾ ਹੁਣ ਤੁਸੀਂ ਚਲਾ ਰਹੇ ਹੋ ਮਿਹਨਤ ਕਰਕੇ? ਹਾਂਜੀ, ਘਰ ਦਾ ਕੰਮ ਵੀ, ਖੇਤਾਂ 'ਚ ਕੰਮ ਕਰਦੇ ਹਾਂ, ਆਟੋ ਚਲਾਉਂਦੇ ਹਾਂ, ਪੜ੍ਹਦੇ ਹਾਂ, ਛੋਟੀ ਭੈਣ ਨੂੰ ਵੀ ਪੜ੍ਹਾਉਂਦੇ ਹਾਂ। ਸਾਰੀ ਜ਼ਿੰਮੇਵਾਰੀ ਮੈਂ ਆਪਦੇ ਸਿਰ 'ਤੇ ਲੈ ਰੱਖੀ ਆ। ਕਿੰਨੀ ਤੁਹਾਡੀ ਏਜ ਕਿੰਨੀ ਹੈ ਤੁਹਾਡੀ? ਮੇਰੀ ਏਜ 15 ਸਾਲ। ਕਦੇ ਤੁਹਾਡੇ ਜਦੋਂ ਤੁਸੀਂ ਆਟੋ ਲੈ ਕੇ ਜਾਂਦੇ ਹੋ ਤੁਹਾਡੇ ਪਿੰਡ ਦੇ ਜਾਂ ਜਿਹੜੇ ਜਾਣਕਾਰ ਉਹ ਪੁੱਛਦੇ ਨਹੀਂ ਵੀ ਆਟੋ ਤੂੰ ਕਿਉਂ ਚਲਾ ਰਹੀ ਹੈ? ਲੋਕ ਪੁੱਛਦੇ ਨੇ? ਨਹੀਂ ਜੀ, ਲੋਕਾਂ ਨੇ ਤਾਂ ਕਦੇ ਪੁੱਛਿਆ ਹੀ ਨਹੀਂ। ਬਸ ਇੱਦਾਂ ਜ਼ਰੂਰ ਕਹਿੰਦੇ ਸੀ ਵੀ ਲੜਕੀਆਂ ਨੂੰ ਆਟੋ ਨਹੀਂ ਚਲਾਉਂਦੇ ਨਾ, ਕਿਉਂਕਿ ਕਹਿੰਦੇ ਕੁੜੀਆਂ ਸਿਰਫ ਘਰ ਦਾ ਕੰਮ ਕਰਦੀਆਂ ਨੇ, ਆਟੋ ਨਹੀਂ ਚਲਾਉਂਦੀਆਂ। ਪਰ ਪਾਪਾ ਨੇ ਕਦੇ ਲੜਕੀ ਅਤੇ ਲੜਕੇ 'ਚ ਫਰਕ ਹੀ ਨਹੀਂ ਸਮਝਿਆ। ਉਹਨਾਂ ਨੇ ਮੈਨੂੰ ਆਟੋ ਸਿਖਾਇਆ, ਮੈਂ ਆਟੋ ਚਲਾਉਣੀ ਆ। ਹੁਣ ਕੋਈ ਕੁਛ ਵੀ ਨਹੀਂ ਬੋਲਦਾ।
ਕਿੰਨੀ ਖੁਸ਼ੀ ਕਿੰਨੀ ਕੁ ਹੁੰਦੀ ਹੈ ਜਦੋਂ ਤੁਸੀਂ ਲੈ ਕੇ ਜਾਂਦੇ ਹੋ, ਲੋਕ ਤੁਹਾਨੂੰ ਸ਼ਾਬਾਸ਼ੀ ਵੀ ਦਿੰਦੇ ਹੋਣੇ, ਤੁਸੀਂ ਮਾਪਿਆਂ ਦਾ ਸਹਾਰਾ ਬਣੇ ਹੋ, ਇਹ ਵੀ ਗੱਲ ਵਧੀਆ ਕਹਿੰਦੇ ਹੋਣੇ ਲੋਕ। ਹਾਂਜੀ, ਬਹੁਤ ਨੇ ਜੋ ਕਹਿੰਦੇ ਨੇ ਵੀ ਤੂੰ ਆਪਦੇ ਪਾਪਾ ਦਾ ਸਹਾਰਾ ਬਣੀ, ਆਪਦੇ ਪਰਿਵਾਰ ਦਾ ਸਹਾਰਾ ਬਣੀ, ਵੀ ਆਪਦੇ ਪਰਿਵਾਰ ਦੀ ਤੂੰ ਜ਼ਿੰਮੇਵਾਰੀ ਸਾਰੇ ਆਪਦੀ ਮੋਢਿਆਂ 'ਤੇ ਚੁੱਕੀ। ਬਹੁਤ ਖੁਸ਼ੀ ਹੁੰਦੀ ਹੈਗੀ। ਤੇ ਜਿਹੜੀ ਪੜ੍ਹਾਈ ਦਾ ਟਾਈਮ ਹੈ ਉਹ ਫਿਰ ਕਿਵੇਂ ਕੱਢਦੇ ਹੋ? ਸਾਰਾ ਦਿਨ ਥਕਾਵਟ ਹੋ ਜਾਂਦੀ ਹੋਣੀ, ਫਿਰ ਪੜ੍ਹਾਈ ਕਿਵੇਂ ਕਰਦੇ ਹੋ? ਥਕਾਵਟ ਤਾਂ ਹੋ ਜਾਂਦੀ ਹੈ ਜੀ, ਪਰ ਮੈਂ ਸ਼ਾਮ ਨੂੰ ਆਪਦਾ ਪੜ੍ਹ ਲੈਂਦੀ ਹੈਗੀ। 2 ਘੰਟੇ 3 ਘੰਟੇ ਜਿੰਨੀ ਵੀ ਮੈਥੋਂ ਪੜ੍ਹਾਈ ਹੁੰਦੀ ਆ ਮੈਂ ਕਰਦੀ ਹਾਂ। ਤੇ ਜਿਹੜੇ ਸਕੂਲ 'ਚ ਤੁਸੀਂ ਪੜ੍ਹਦੇ ਹੋ, ਸਕੂਲ ਵਾਲੇ ਵੀ ਤੁਹਾਨੂੰ ਦੇਖਦੇ ਹੋਣੇ ਵੀ ਸਾਡੀ ਸਕੂਲ ਦੀ ਬੱਚੀ ਹੈਗੀ ਹੈ, ਆਟੋ ਚਲਾ ਰਹੀ ਹੈ, ਕਦੇ ਸ਼ਾਬਾਸ਼ੀ ਦਿੱਤੀ ਉਹਨਾਂ ਨੇ ਵੀ ਇਹ ਵਧੀਆ ਕੰਮ ਕਰ ਰਹੀ ਹੈ? ਹਾਂਜੀ, ਸਾਡੇ ਮੈਮ ਵੀ ਕਹਿੰਦੇ ਸੀ ਵੀ ਬਹੁਤ ਵਧੀਆ ਕੰਮ ਕਰਦੀ ਆ ਤੂੰ, ਆਟੋ ਚਲਾਉਣੀ, ਆਪਦੇ ਪਾਪਾ ਦਾ ਸਹਾਰਾ ਬਣੀ ਆ, ਆਪਦੇ ਪਰਿਵਾਰ ਦਾ ਸਹਾਰਾ ਬਣੀ ਆ। ਤਾਂ ਉਹ ਮੇਰੇ ਮੈਮ ਨੇ ਵੀ ਮੇਰੇ ਸਕੂਲ ਦੀ ਫੀਸ ਮਾफ़ ਕੀਤੀ ਸੀ। ਤਾਂ ਉਹ ਕਹਿੰਦੇ ਵੀ ਤੇਰੀ ਸਕੂਲ ਦੀ ਫੀਸ ਅਸੀਂ ਭਰ ਦਿਆ ਕਰਾਂਗੇ, ਕਿਉਂਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਸੀ ਵੀ ਮੈਂ ਸਕੂਲ ਦੀ ਫੀਸ ਭਰ ਸਕਾਂ। ਤਾਂ ਫਿਰ ਉਹ ਮੈਂ ਵੈਸੇ ਹੀ ਪੜ੍ਹ ਲੈਂਦੀ ਹੁੰਦੀ ਹੈਗੀ। ਹੁਣ ਤਾਂ ਔਨਲਾਈਨ ਪੜ੍ਹਾਈ ਹੋ ਗਈ, ਔਨਲਾਈਨ ਪੜ੍ਹਾਈ ਮੈਂ ਨਹੀਂ ਕਰ ਸਕਦੀ ਕਿਉਂਕਿ ਸਾਡੇ ਕੋਲ ਵੱਡਾ ਫ਼ੋਨ ਹੈ ਨਹੀਂ। ਤਾਂ ਮੈਂ ਫਿਰ ਵੀ ਪੜ੍ਹਦੀ ਹਾਂ ਜਿੰਨਾ ਮੈਥੋਂ ਹੋ ਸਕਦਾ, ਕਿਉਂਕਿ ਮੈਂ ਪੜ੍ਹ ਲਿਖ ਕੇ ਕੁਛ ਵਧੀਆ ਬਣਨਾ ਚਾਹੁੰਦੀ ਹਾਂ। ਕੀ ਸੁਪਨਾ ਕੀ ਦੇਖਿਆ ਤੁਸੀਂ? ਬੜੀ ਮਿਹਨਤ ਕਰ ਰਹੇ ਹੋ ਛੋਟੀ ਉਮਰ ਦੇ ਵਿੱਚ। ਇਹ ਉਮਰ ਦੇ ਵਿੱਚ ਆਮ ਤੌਰ ਤੇ ਖੇਡਦੀਆਂ ਨੇ ਸਕੂਲਾਂ ਦੇ ਵਿੱਚ ਬੱਚੇ, ਮਤਲਬ ਐਂਟਰਟੇਨਮੈਂਟ ਕਰਨਾ ਹੁੰਦਾ, ਪੜ੍ਹਾਈ ਵੀ ਕਰਦੇ ਆ, ਪਰ ਤੁਸੀਂ ਐਡੀ ਵੱਡੀ ਜ਼ਿੰਮੇਵਾਰੀ ਸਿਰ ਦੇ ਉੱਤੇ ਪੈ ਗਈ ਹੈ। ਕਦੇ ਮਨ ਡੋਲਿਆ ਨਹੀਂ ਵੀ ਪਰੇਸ਼ਾਨ ਨਹੀਂ ਹੋਏ ਕਦੇ ਸੋਚ? ਨਹੀਂ ਜੀ, ਪਰਿਵਾਰ ਦੀ ਸੇਵਾ ਕਰਨਾ ਤਾਂ ਫਰਜ਼ ਆ, ਪਰ ਮੈਂ ਗੇਮ 'ਚ ਵੀ ਹਿੱਸਾ ਲੈਂਦੀ ਹਾਂ। ਸਕੂਲ ਖੇਡਦੇ ਹਾਂ, ਪੜ੍ਹਦੇ ਹਾਂ, ਫਿਰ ਸ਼ਾਮ ਨੂੰ ਜਦੋਂ ਘਰ ਆਉਂਦੇ ਹਾਂ ਘਰ ਦਾ ਕੰਮ ਕਰਦੇ ਹਾਂ, ਖੇਤਾਂ 'ਚ ਕੰਮ ਕਰਦੇ ਹਾਂ, ਅਤੇ ਪਾਪਾ ਨਾਲ ਵੀ ਥੋੜ੍ਹੀ ਹੈਲਪ ਕਰਾ ਦਿੰਦੇ ਹਾਂ, ਮੰਮੀ ਨਾਲ ਥੋੜ੍ਹੀ ਹੈਲਪ ਕਰਾ ਦਿੰਦੇ ਹਾਂ, ਆਪਦੀ ਭੈਣ ਦੀ ਪੜ੍ਹਾਈ 'ਚ ਹੈਲਪ ਕਰਾ ਦਿੰਦੀ ਹਾਂ। ਸਾਡੇ ਨਾਲ ਬਲਵੀਰ ਸਿੰਘ ਜੀ ਹੈ, ਸੁਖਵਿੰਦਰ ਕੌਰ ਦੇ ਪਿਤਾ, ਉਹਨਾਂ ਨਾਲ ਗੱਲ ਕਰਦੇ ਆ। ਬਲਵੀਰ ਜੀ, ਤੁਹਾਡੀ 2 ਬੇਟੀਆਂ ਨੇ ਤੇ ਮੁੰਡਿਆਂ ਤੋਂ ਵੱਧ ਕੇ ਕੰਮ ਕਰ ਰਹੀਆਂ, ਪਹਿਲਾਂ ਦੱਸੋ ਕਿੰਨਾ ਕੁ ਮਾਣ ਹੈ ਇਸ ਧੀ ਦੇ ਉੱਤੇ ਤੁਹਾਨੂੰ? ਜੀ ਮੈਨੂੰ ਬਹੁਤ ਮਾਣ ਹੈ ਜੀ ਮੇਰੀ ਧੀ ਦੇ ਉੱਤੇ। ਮੈਨੂੰ ਬੇਟੇ ਤੇ ਉਹਦਾ ਵਿਸ਼ਵਾਸ ਨਹੀਂ ਹੈਗਾ ਵੀ ਮੇਰੀ ਬੇਟੀ ਹੈ ਜਾਂ ਵੀ ਮੈਨੂੰ ਬੇਟਾ ਚਾਹੀਦਾ ਮੇਰਾ, ਪਰ ਇਹੀ ਬੇਟਾ ਹੈ। ਪਰ ਇਹਨੇ ਸਾਡੇ ਪਰਿਵਾਰ ਦਾ ਧੁਰਾ ਹੈ। ਮੈਨੂੰ ਮਹਿਸੂਸ ਨਹੀਂ ਹੁੰਦਾ ਵੀ ਇਹ ਮੇਰੀ ਬੇਟੀ ਹੈ। ਮੈਨੂੰ ਇਹ ਬੇਟਿਆਂ ਤੋਂ ਵੱਧ ਕੇ ਮਾਣ ਹੈ ਮੇਰੀ ਬੇਟੀ ਤੇ। ਹਿੰਮਤ ਵੀ ਰੱਖਦੀ ਹੈ, ਕੰਮ ਵੀ ਕਰਦੀ ਹੈ, ਖੇਤਾਂ 'ਚ ਵੀ ਕੰਮ ਕਰਦੀ ਹੈ, ਘਰ ਦਾ ਕੰਮ ਵੀ ਕਰਦੀ ਹੈ, ਪੜ੍ਹਦੀ ਵੀ ਹੈ ਜੀ, ਆਪਦੀ ਛੋਟੀ ਭੈਣ ਨੂੰ ਵੀ ਪੜ੍ਹਾਉਂਦੀ ਹੈ। ਪਰ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਜੀ ਜਦੋਂ ਇਹ ਆਟੋ ਵੀ ਚਲਾਉਂਦੀ ਹੈ। ਮੈਂ ਫਖਰ ਹੋ ਜਾਂਦਾ ਜੀ, ਪੂਰਾ ਮੈਨੂੰ ਮਾਣ ਹੋ ਜਾਂਦਾ ਜੀ ਮੇਰੇ ਇਸ ਬੱਚੀ ਦੇ ਉੱਤੇ। ਤੁਹਾਡੀ ਸਿਹਤ ਕਦੋਂ ਖਰਾਬ ਹੋਈ? ਕਦੋਂ ਤੁਸੀਂ ਆਟੋ ਚਲਾਉਣਾ ਛੱਡਿਆ ਸੀਗਾ? ਮੈਨੂੰ ਜੀ ਜਦੋਂ ਇਹ 6ਵੀਂ ਕਲਾਸ 'ਚ ਹੁੰਦੀ ਸੀ ਉਦੋਂ ਇਹਨੂੰ ਪਤਾ ਹੁੰਦਾ ਸੀ ਵੀ ਮੇਰੀ ਸਿਹਤ, ਉਦੋਂ ਮੈਂ ਬਿਮਾਰ ਰਹਿਣ ਲੱਗ ਗਿਆ, ਵਿੱਚ ਦੀ ਸੱਟ ਵੀ ਵੱਜ ਗਈ ਸੀਗੀ ਜੀ ਮੇਰੇ। ਅਤੇ ਮੈਨੂੰ ਉਦੋਂ ਇਹਨੂੰ ਮਹਿਸੂਸ ਹੋਣ ਲੱਗ ਗਿਆ ਜੀ ਮੇਰੇ ਡੈਡੀ ਤੋਂ ਨਹੀਂ ਆਟੋ ਚੱਲਦਾ। ਇਹ ਮੈਨੂੰ ਕਹਿਣ ਲੱਗ ਗਈ ਜੀ, ਮੈਨੂੰ ਆ ਕੇ ਤੁਸੀਂ ਆਟੋ ਸਿਖਾ ਦਿਓ ਡੈਡੀ, ਮੈਂ ਚਲਾਇਆ ਕਰੂੰਗੀ। ਪਰ ਮੈਂ ਫਿਰ ਵੀ ਸਮਾਜ ਤੋਂ ਸੀਗਾ ਵੀ ਲੋਕ ਕਹਿ ਦਿੰਦੇ ਜੀ ਕੁੜੀਆਂ ਨਹੀਂ ਵੀ ਆਟੋ ਚਲਾ ਸਕਦੀਆਂ, ਪਰ ਮੈਨੂੰ ਫਿਰ ਵੀ ਮੇਰੀ ਬੱਚੀ ਨੇ ਮੈਨੂੰ ਦਿਲਾਸਾ ਦਿੱਤਾ ਵੀ ਕੋਈ ਗੱਲ ਨਹੀਂ ਡੈਡੀ, ਮੈਂ ਤੇਰਾ ਪੁੱਤ ਹੈ, ਮੈਂ ਚਲਾਉਂਗੀ ਆਟੋ। ਪਰ ਮੈਂ ਫਿਰ ਵੀ ਇਹਦੇ ਮਾਣ ਰੱਖਦਾ, ਮੈਂ ਇਹਨੂੰ ਸਿਖਾਇਆ ਆਟੋ ਜੀ, ਹੁਣ ਇਹ ਚਲਾਉਂਦੀ ਹੈ, ਹੁਣ ਇਹ ਸਾਡੇ ਪਰਿਵਾਰ ਦਾ ਧੁਰਾ ਬਣੀ ਹੋਈ ਹੈ ਜੀ। ਜਦੋਂ ਪਿੰਡ ਦੇ ਵਿੱਚ ਲੈ ਕੇ ਸਵਾਰੀਆਂ ਆਉਂਦੀ ਹੈ ਤਾਂ ਕਿੰਨੀ ਖੁਸ਼ੀ ਹੁੰਦੀ ਹੈ ਕਿ ਜਦੋਂ ਛੋਟੀ ਉਮਰ ਦੇ ਵਿੱਚ ਇਸ ਧੀ ਤੇ ਐਡੀ ਜ਼ਿੰਮੇਵਾਰੀ ਪੈ ਗਈ ਹੈ। ਤੁਹਾਨੂੰ ਲੱਗਦਾ ਨਹੀਂ ਵੀ ਹਜੇ ਇਹਦੀ ਪੜ੍ਹਨ ਦੀ ਉਮਰ ਸੀਗੀ, ਪਰ ਹਾਲਾਤਾਂ ਨੇ ਇਹਨੂੰ ਇਸ ਤਰੀਕੇ ਨਾਲ ਬਣਾਤਾ, ਪਰ ਫਿਰ ਵੀ ਇਹਦੇ ਜਜ਼ਬਾ ਕਾਇਮ ਹੈ ਇਹਦਾ? ਹਾਂਜੀ, ਮੈਂ ਇਹ ਵੀ ਕਹਿੰਦਾ ਜੀ ਇਹਦਾ ਜਜ਼ਬਾ ਕਾਇਮ ਹੈ, ਪਰ ਇਹਦੀ ਹਿੰਮਤ ਰੱਖ ਕੇ ਜਿਹੜੀ ਇਹ ਕਰਦੀ ਹੈ ਨਹੀਂ, ਇਹਦੇ ਤੇ ਮੈਨੂੰ ਮਾਣ ਹੈ ਜੀ ਪੂਰਾ। ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ, ਕਿਉਂਕਿ ਹਜੇ ਵੀ ਸਾਡੇ ਸਮਾਜ ਦੇ ਵਿੱਚ ਧੀਆਂ ਨੂੰ ਚੰਗਾ ਨਹੀਂ ਸਮਝ ਆਉਂਦਾ, ਬੜੇ ਪਰਿਵਾਰ ਐਸੇ ਜਿਹੜੇ ਧੀ ਦੇ ਜਨਮ ਤੋਂ ਬਾਅਦ ਕਿਤੇ ਨਾ ਕਿਤੇ ਚੰਗਾ ਨਹੀਂ ਸਮਝਦੇ, ਕੀ ਕਹਿਣਾ ਉਹਨਾਂ ਪਰਿਵਾਰਾਂ ਨੂੰ ਜਿਹੜੇ ਧੀਆਂ ਕੁੱਖਾਂ 'ਚ ਵੀ ਮਾਰਦੇ ਨੇ? ਹਾਂਜੀ, ਮੈਂ ਜਿਹੜੇ ਧੀਆਂ ਨੂੰ ਕੁੱਖਾਂ 'ਚ ਮਾਰਦੇ ਆ, ਮੈਂ ਉਹਨਾਂ ਨੂੰ ਇਹ ਵੀ ਸੁਨੇਹਾ ਦੇਣਾ ਚਾਹੁੰਦਾ ਜੀ, ਪਰ ਦੇਖੋ ਤੁਸੀਂ ਜੀ ਬੇਟੇ ਦੇ ਵਿੱਚ ਬੇਟੀ ਦੇ ਵਿੱਚ ਕਦੇ ਫਰਕ ਨਾ ਸਮਝੋ ਜੀ। ਪਰ ਮੈਂ ਕਹਿੰਦਾ ਵੀ ਬੇਟੀ ਬਹੁਤ ਬੇਟਿਆਂ ਨਾਲੋਂ ਵੀ ਅੱਗੇ ਜਾ ਰਹੀ ਹੈ, ਹਰ ਕੰਮ ਦੇ ਵਿੱਚ ਅੱਗੇ ਹੈ ਜੀ। ਪਰ ਜਿਵੇਂ ਹੁਣ ਮੇਰੀ ਬੇਟੀ ਕੰਮ ਕਰ ਰਹੀ ਹੈ, ਮੈਨੂੰ ਪੂਰਾ ਮਾਣ ਹੈ ਜੀ ਇਹਦੇ ਤੇ। ਕੀ ਬੰਨਾ ਦੇਖਣਾ ਚਾਹੁੰਦੇ ਹੋ? ਮੈਂ ਜੀ ਇਹਨੂੰ ਆਪਦੇ ਜਿਵੇਂ ਕਿ ਆਪਦੀ ਮਿਹਨਤ ਕਰਦੀ ਹੈ ਜੀ, ਇਹ ਆਪਣੇ ਆਪ ਤੇ ਕੋਈ ਪੜ੍ਹ ਲਿਖ ਕੇ ਕੋਈ ਵੱਡੀ ਬਣ ਜੇ, ਕੁਛ ਵੀ ਚਲੋ ਆਪਦੇ ਪੈਰਾਂ ਤੇ ਖੜੀ ਹੋ ਜੇ, ਮੈਂ ਬਸ ਇਹੀ ਕਹਿਣਾ ਜੀ। ਜੀ ਬਿਲਕੁਲ, ਸੁਖਵਿੰਦਰ ਕੌਰ ਦੀ ਕਹਾਣੀ ਜਿਹੜੀ ਹੈਗੀ ਹੈ ਬੜੀ ਸੰਘਰਸ਼ਾਂ ਭਰੀ ਹੈਗੀ ਹੈ, ਮਿਹਨਤ ਕਰ ਰਹੀ ਹੈ। ਛੋਟੀ ਉਮਰ ਵਿੱਚ 15 ਸਾਲ ਦੀ ਉਮਰ ਦੇ ਵਿੱਚ ਵੱਡੀ ਜ਼ਿੰਮੇਵਾਰੀ, ਪਰਿਵਾਰ ਦੀ ਜ਼ਿੰਮੇਵਾਰੀ ਪੈਣਾ ਉਸ ਉਮਰ 'ਚ ਜਦੋਂ ਬੱਚੇ ਨੇ ਪੜ੍ਹਨਾ ਹੁੰਦਾ, ਖੇਡਣਾ ਹੁੰਦਾ,
ਤਾਂ ਸੁਖਵਿੰਦਰ ਕੌਰ ਦੇ ਜਜ਼ਬੇ ਨੂੰ ਅਸੀਂ ਵੀ ਸਲਾਮ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਸੁਖਵਿੰਦਰ ਕੌਰ ਨੇ ਜਿਹੜਾ ਸੁਪਨਾ ਦੇਖਿਆ ਆਪਣੀ ਕੜੀ ਮਿਹਨਤ ਦੇ ਨਾਲ ਇਹਦਾ ਸੁਪਨਾ ਜ਼ਰੂਰ ਸਾਕਾਰ ਹੋਵੇ, ਕਿਉਂਕਿ ਪਰਿਵਾਰ ਜਿਹੜਾ ਅੱਜ ਬੜੀ ਜ਼ਿਆਦਾ ਮਦਦ ਦੀ ਉਮੀਦ ਦੇ ਵਿੱਚ ਬੈਠਾ ਕਿ ਇਹਨਾਂ ਦੀ ਕੋਈ ਨਾ ਕੋਈ ਸਰਕਾਰੀ ਮਦਦ ਹੋਵੇ, ਪਰ ਸਰਕਾਰਾਂ ਕਿਤੇ ਨਾ ਕਿਤੇ ਹਰ ਦਾਅਵਿਆਂ ਦੇ ਵਿੱਚ ਫੇਲ ਹੀ ਰਹੀਆਂ। ਇਸ ਕਰਕੇ ਸੁਖਵਿੰਦਰ ਕੌਰ ਆਪਣੀ ਮਿਹਨਤ ਤੇ ਲਗਨ ਦੇ ਨਾਲ ਪਰਿਵਾਰ ਨੂੰ ਪਾਲ ਰਹੀ ਹੈ। ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹੋ ਜਿਹੀਆਂ ਧੀਆਂ ਨੂੰ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਹੈ, ਹਰ ਤਰ੍ਹਾਂ ਦੀ ਸਹੂਲਤ ਉਹਨੂੰ ਦੇਣੀ ਚਾਹੀਦੀ ਹੈ ਤਾਂ ਕਿ ਇਹ ਹੋਰਾਂ ਵਾਸਤੇ ਵੀ ਮਿਸਾਲ ਬਣਨ। ਕੈਮਰਾਮੈਨ ਚਪਿੰਦਰ ਦੇ ਨਾਲ ਅਮਿਤ ਸ਼ਰਮਾ, ਡੇਲੀ ਪੋਸਟ ਪੰਜਾਬੀ, ਬਠਿੰਡਾ।